ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਾਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 152ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਪੂਰਬੀ ਮਹੱਲਾ ਪੰਜਵਾਂ। ਮੇਰੇ ਮਨ ਸਰਨ ਪ੍ਰਭ ਸੁਖ ਪਾਏ, ਜਾ ਦਿਨ ਬਿਸਰੇ ਪ੍ਰਾਨ ਸੁਖ ਦਾਤਾ, ਸੋ ਦਿਨ ਜਾਤ ਅਜਾਏ ਰਹਾਓ। ਮੇਰੇ ਮਨ ਸਰਨ ਪ੍ਰਭ ਸੁਖ ਪਾਏ, ਜਾ ਦਿਨ ਬਿਸਰੇ ਪ੍ਰਾਨ ਸੁਖ ਦਾਤਾ, ਸੋ ਦਿਨ ਜਾਤ ਅਜਾਏ ਰਹਾਓ। ਏਕ ਰਹਿਣ ਕੇ ਇਹ ਪਾਉਣੇ ਤੁਮ ਆਏ, ਬਹੁ ਜਗ ਆਸ ਬਦਾਏ, ਗ੍ਰਹਿ ਮੰਦਰ ਸੰਪੇ ਜੋ ਦੀਸੇ, ਜੋ ਤਰਵਰ ਕੀ ਛਾਏ। ਤਨ ਮੇਰਾ ਸੰਪੇ ਸਭ ਮੇਰੀ ਬਾਗ, ਮਿਲਖ ਸਭ ਜਾਏ। ਤਨ ਮੇਰਾ ਸੰਪੇ ਸਭ ਮੇਰੀ ਬਾਗ, ਮਿਲਖ ਸਭ ਜਾਏ। ਦੇਵਨਹਾਰਾ ਬਿਸਰਿਓ ਠਾਕਰ, ਖਿਨ ਮੇ ਹੋਤ ਪਰਾਏ। ਪਹਿਰੇ ਬਾਗਾ ਕਰ ਇਸਨਾਨਾ, ਚੋਆ ਚੰਦਨ ਲਾਏ। ਨਿਰਭਉ ਨਿਰੰਕਾਰ ਨਹੀਂ ਚੀਨਿਆ, ਜਿਉ ਹਸਤੀ ਨ ਵਾਏ। ਜਿਉ ਹੋਏ ਕਿਰਪਾਲ ਤਾ ਸਤਿਗੁਰ ਮੇਲੇ, ਸਭ ਸੁਖ ਹਰਿ ਕੇ ਨਾਏ। ਮੁਕਤ ਭਇਆ ਬੰਧਨ ਗੁਰ ਖੋਲੇ, ਜਨ ਨਾਨਕ ਹਰਿ ਗੁਣ ਗਾਏ। ਜਿਉ ਹੋਏ ਕਿਰਪਾਲ ਤਾ ਸਤਿਗੁਰ ਮੇਲੇ, ਸਭ ਸੁਖ ਹਰਿ ਕੇ ਨਾਏ। ਮੁਕਤ ਭਇਆ ਬੰਧਨ ਗੁਰ ਖੋਲੇ, ਜਨ ਨਾਨਕ ਹਰਿ ਗੁਣ ਗਾਏ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ, ਮਨ ਨੂੰ ਸਮਝਾਉਂਦੇ ਹਨ ਕਿ ਹੇ ਮਨਾ, ਇਹ ਜੱਗ ਵਿੱਚ ਤੂੰ ਇੱਕ ਪ੍ਰਾਹੁਣੇ ਦੀ ਤਰ੍ਹਾਂ ਆਇਆ ਹੈ ਅਤੇ ਤੂੰ ਸਾਰਾ ਕੁਛ ਜੋ ਉਸ ਪਰਮਾਤਮਾ ਨੇ, ਪਰਮੇਸ਼ਰ ਨੇ, ਮਾਲਕ ਨੇ, ਠਾਕਰ ਨੇ ਤੈਨੂੰ ਬਖਸ਼ਿਆ, ਤੂੰ ਸੋਚਦਾ ਤੇਰੇ ਹੀ ਕਰਕੇ ਹੋਇਆ, ਤੈਨੂੰ ਮਿਲਿਆ, ਤੇਰੀ ਮਿਹਨਤ ਦਾ ਸਦਕਾ ਹੋਇਆ, ਤੇਰੀਆਂ ਪੜ੍ਹਾਈਆਂ ਦੀ ਸਦਕਾ ਹੋਇਆ ਅਤੇ ਤੂੰ ਸਮਝਦਾ ਹੈ ਹਮੇਸ਼ਾ ਰਹੀ ਰਹਿਣਾ। ਗੁਰੂ ਜੀ ਕਹਿੰਦੇ ਨੇ ਜਿਸ ਤਰ੍ਹਾਂ ਤਰਵਰ ਕੀ ਛਾਇਆ ਪਾਇਆ, ਭਾਵ ਕਿ ਦਰਖਤ ਦੀ ਛਾਇਆ ਜਿਸ ਤਰ੍ਹਾਂ ਹੁੰਦੀ ਹੈ ਅਤੇ ਉਹ ਸੂਰਜ ਦਾ ਰੁੱਖ ਬਦਲੇ ਅਤੇ ਬਦਲ ਜਾਂਦੀ ਹੈ ਨਾ ਜੀ, ਇਹ ਸਭ ਕੁਛ ਤਾਂ ਉਸੇ ਤਰ੍ਹਾਂ ਹੈ ਜੀ ਅਤੇ ਇੱਕ ਛਿਨ ਪਲ ਵਿੱਚ ਚਲਿਆ ਜਾਣਾ ਹੈ, ਜਿਸ ਨੂੰ ਅਸੀਂ ਪਰਮਾਨੈਂਟ ਸਮਝੇ ਬੈਠੇ ਹਾਂ ਜੀ। ਸੋ ਸ਼ਬਦ ਵਿੱਚ ਗੁਰੂ ਜੀ ਸਾਨੂੰ ਮਨ ਨੂੰ ਸਮਝਾਉਂਦੇ ਹਨ, ਹੇ ਮੇਰੇ ਮਨ, ਪਰਮੇਸ਼ਰ ਦੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਸ਼ਰਨ ਵਿੱਚ ਰਹਿ ਕੇ ਸਾਰੇ ਸੁੱਖ ਪ੍ਰਾਪਤ ਕੀਤੇ ਜਾ ਸਕਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਦਿਨ ਬਿਸਰੇ ਪ੍ਰਾਨ ਸੁਖ ਦਾਤਾ, ਭਾਵ ਜਿਸ ਦਿਨ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਪਰਮੇਸ਼ਰ ਨਾਲ ਨਾ ਲੱਗੀਏ ਜੀ, ਤਾਂ ਉਹ ਸਮਾਂ ਇਸ ਤਰ੍ਹਾਂ ਸਮਝੋ ਕਿ ਅਜਾਏ ਵਿਅਰਥ ਹੀ ਚਲਾ ਗਿਆ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ, ਇਸ ਸੰਸਾਰ ਸਾਗਰ ਵਿੱਚ ਤੁਸੀਂ ਏਕ ਰਾਤ ਦੇ ਕੇ ਪਾਉਣੇ, ਏਕ ਰਾਤ ਕੇ ਪਾਉਣ, ਭਾਵ ਕਿ ਤੁਸੀਂ ਇੱਕ ਰਾਤ ਦੇ ਪ੍ਰਾਹੁਣੇ ਦੀ ਤਰ੍ਹਾਂ ਆਏ ਸੋ। ਭਾਵ ਇਹ ਜ਼ਿੰਦਗੀ ਲੰਬੀ ਲੱਗਦੀ ਹੈ ਜੀ, ਪਰ ਬੜੀ ਛੋਟੀ ਹੈ ਜੀ। ਕੀ ਕਰਦਿਆਂ ਕਈ ਸਾਲ ਲੰਘ ਜਾਂਦੇ ਹਨ ਜੀ ਅਤੇ ਅਸੀਂ ਸੋਚਦੇ ਹਾਂ ਅਸੀਂ ਹਮੇਸ਼ਾ ਲਈ ਪਰਮਾਨੈਂਟਲੀ ਇੱਥੇ ਰਹਿਣਾ ਹੈ। ਸੋ ਗੁਰੂ ਜੀ ਕਹਿੰਦੇ ਹਨ, ਇਹ ਜ਼ਿੰਦਗੀ ਤਾਂ ਇੱਕ ਪ੍ਰਾਹੁਣੇ ਦੀ ਤਰ੍ਹਾਂ, ਜਿਸ ਤਰ੍ਹਾਂ ਗੈਸਟ ਘਰ ਆਉਂਦੇ ਹਨ 2-4 ਦਿਨਾਂ ਲਈ, ਰਾਤ ਲਈ, ਦੂਸਰੇ ਦਿਨ ਚਲੀ ਜਾਂਦੇ ਹਨ, ਇਸੇ ਤਰ੍ਹਾਂ ਵੀ ਫਿਰ ਗੁਰੂ ਜੀ ਕਹਿੰਦੇ ਹਨ, ਬਹੁ ਜਗ ਆਸ ਵਧਾਏ, ਭਾਵ ਪਰ ਤੁਸੀਂ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਬਹੁਤ ਕਈ ਯੁੱਗ ਜੀਵਨ ਦੀਆਂ ਆਸਾਂ ਇਸ ਸੰਸਾਰ ਸਾਗਰ ਵਿੱਚ ਬੰਨ੍ਹੀ ਬੈਠੇ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਜੋ ਘਰ ਮੰਦਰ ਸੰਪਦਾ ਧਨ ਪਦਾਰਥ ਆਦਿ ਸਾਨੂੰ ਦਿਸ ਰਹੇ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ ਇਹ ਸਭ ਕੁਝ ਨਾਸ਼ਵੰਤ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਉ ਤਰਵਰ ਕੀ ਛਾਏ, ਭਾਵ ਜਿਸ ਤਰ੍ਹਾਂ
ਦਰਖਤ ਦੀ ਛਾਂ ਬੇਨਸਨਹਾਰ ਹੈ ਜੀ। ਭਾਵ ਕਿ ਜੇ ਤੁਸੀਂ ਦਰਖਤ ਦੀ ਛਾਂ ਥੱਲੇ ਬੈਠੋ ਤੇ ਉਹ ਥੋੜ੍ਹੀ ਦੇਰ ਬਾਅਦ ਸੂਰਜ ਦਾ ਰੁੱਖ ਬਦਲਣ ਕਰਕੇ ਉਹ ਛਾਂ ਵੀ ਉਸ ਤੋਂ ਦਾ ਰੁੱਖ ਬਦਲ ਜਾਂਦਾ ਹੈ ਜੀ। ਕਿ ਇਹ ਜੀਵਨ ਵੀ ਉਸੇ ਤਰ੍ਹਾਂ ਹੈ ਜੀ, ਪਰ ਅਸੀਂ ਇਸ ਨੂੰ ਹਮੇਸ਼ਾ ਲਈ ਦੀ ਤਰ੍ਹਾਂ ਰਹਿਣ ਦੀ ਤਰ੍ਹਾਂ ਸਮਝਦੇ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਸਾਡਾ ਇਹ ਆਖਣਾ ਕਿ ਇਹ ਸਰੀਰ ਮੇਰਾ ਹੈ, ਧਨ ਦੌਲਤ ਸੰਪਦਾ ਜਾਇਦਾਦਾਂ ਸਭ ਮੇਰੀਆਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਇਹ ਬਾਗ ਜਾਇਦਾਦ ਸਾਰੀ ਜ਼ਮੀਨ ਮੇਰੀ ਹੈ। ਫਿਰ ਗੁਰੂ ਜੀ ਕਹਿੰਦੇ ਹਨ, ਦੇਵਨਹਾਰ ਬਿਸਰਿਓ ਕੋ ਠਾਕਰ। ਭਾਵ ਇਸ ਤੋਂ ਪਤਾ ਚੱਲਦਾ ਹੈ ਜੀ ਕਿ ਤੈਨੂੰ ਸਭ ਕੁਝ ਧਨ ਪਦਾਰਥ ਦੇਣ ਵਾਲਾ ਠਾਕਰ ਪਰਮੇਸ਼ਰ ਮਾਲਕ ਵਿਸਰ ਗਿਆ ਹੈ ਜੀ। ਅਤੇ ਤੂੰ ਆਪਣੀ ਇਹਨਾਂ ਧਨ ਦੌਲਤ ਮਾਇਆਵੀ ਹੰਕਾਰਾਂ ਵਿੱਚ ਫਸਿਆ ਪਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਸਰੀਰ ਦੇ ਛੱਡਣ ਮਗਰੋਂ ਇੱਕ ਛਿਨ ਵਿੱਚ, ਇੱਕ ਪਲ ਵਿੱਚ ਹੀ ਇਹ ਸਭ ਕੁਝ ਪਰਾਇਆ ਹੋ ਜਾਏਗਾ ਜੀ। ਭਾਵ ਇਹ ਜਾਇਦਾਦਾਂ ਧਨ ਮਾਇਆਵੀ ਹੰਕਾਰ ਪਦਾਰਥ ਕੁਝ ਵੀ ਤੁਹਾਡੇ ਨਾਲ ਨਹੀਂ ਜਾਣਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਜੇ ਕੋਈ ਪਹਿਰੇ ਬਾਗਾ ਕਰ ਇਸਨਾਨਾ ਚੋਆ ਚੰਦਨ ਲਾਏ। ਭਾਵ ਜੇ ਕੋਈ ਇਸ਼ਨਾਨ ਕਰਕੇ ਚਿੱਟੇ ਕੱਪੜੇ ਪਾ ਕੇ, ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਕੱਪੜਿਆਂ ਉੱਤੇ ਚੰਦਨ ਦਾ ਤੇਲ ਭਾਵ ਸੈਂਟ, ਅਸੀਂ ਪੰਜਾਬੀ 'ਚ ਉਹਨੂੰ ਅਤਰ ਵੀ ਕਹਿੰਦੇ ਹਾਂ ਜੀ, ਸੁਗੰਧੀ ਲਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਉਸਨੇ ਉਸ ਏਕ ਓਂਕਾਰ ਨਿਰਭਉ ਨਿਰੰਕਾਰ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਨਹੀਂ ਪਛਾਣਿਆ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਤਾਂ ਉਸ ਦੀ ਸਾਰੀ ਕਿਰਿਆ, ਸਾਰੇ ਕੰਮ, ਸਾਰੀ ਮਿਹਨਤ ਇਉਂ ਸਮਝੋ ਜੀ। ਫਿਰ ਗੁਰੂ ਜੀ ਕਹਿੰਦੇ, ਜਿਸ ਤਰ੍ਹਾਂ ਹਾਥੀ ਨੂੰ ਕੋਈ ਨਹਾਉਂਦਾ ਹੈ ਜੀ। ਭਾਵ ਹਾਥੀ ਨਹਾ ਕੇ ਫਿਰ ਆਪਣੇ ਉੱਤੇ ਮਿੱਟੀ ਮਲ ਲੈਂਦਾ ਹੈ ਜੀ। ਇਸੇ ਤਰ੍ਹਾਂ ਹੀ ਅਸੀਂ ਹਾਂ ਜੀ, ਕਿ ਸਾਨੂੰ ਦੇਵਨਹਾਰ ਜਿਸਨੇ ਸਾਰਾ ਕੁਛ ਧਨ ਦੌਲਤਾਂ ਬਖਸ਼ੀਆਂ ਹਨ ਜੀ, ਅਸੀਂ ਉਸ ਨੂੰ ਵੀ ਵਿਸਾਰ ਦਿੱਤਾ, ਉਸ ਠਾਕੁਰ ਉਸ ਮਾਲਕ ਨੂੰ ਵੀ ਵਿਸਾਰ ਦਿੱਤਾ ਹੈ ਜੀ। ਇੰਨਾ ਅਸੀਂ ਇਸ ਜੀਵਨ ਵਿੱਚ ਦੁਨਿਆਵੀ ਪਦਾਰਥਾਂ ਵਿੱਚ ਮਗਨ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਉਸ ਦਾ ਹਾਥੀ ਦਾ ਨਵਾ ਕੇ ਆਪਣੇ ਮਿੱਟੀ ਪਾ ਲੈਂਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਉਸ ਦਾ ਇਸ਼ਨਾਨ ਕੀਤਾ ਨਹਾਤਾ ਵਿਅਰਥ ਚਲਾ ਜਾਂਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਜਦੋਂ ਪਰਮੇਸ਼ਰ ਕਿਰਪਾਲੂ ਹੁੰਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਤਾਂ ਉਹ ਜੀਵਾਂ ਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਸਤਿਗੁਰੂ ਨਾਲ ਮਿਲਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਫਿਰ ਇਸ ਤਰ੍ਹਾਂ ਅਨੁਭਵ ਹੁੰਦਾ ਹੈ ਜੀ, ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜੀ ਕਿ ਸਾਰੇ ਸੁੱਖ ਪਰਮੇਸ਼ਰ ਹਰੀ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਿੱਚ ਹੀ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਫਿਰ ਗੁਰੂ ਜੀ ਨੇ ਬੰਧਨ ਮੁਕਤ ਭਇਆ, ਬੰਧਨ ਗੁਰ ਖੋਲੇ, ਜਨ ਨਾਨਕ ਹਰਿ ਗੁਣ ਗਾਏ। ਭਾਵ ਜਿਨ੍ਹਾਂ ਉੱਤੇ ਪਰਮੇਸ਼ਰ ਨੇ ਆਪਣੀ ਮਿਹਰ ਕਿਰਪਾ ਕੀਤੀ, ਤਾਂ ਉਹਨਾਂ ਦੇ ਮਾਇਆਵੀ ਵਿਕਾਰ ਬੰਧਨ ਖੋਲ ਦਿੱਤੇ। ਭਾਵ ਮਾਇਆਵੀ ਵਿਕਾਰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਕਾਬੂ 'ਚ ਆ ਗਏ ਹਨ ਜੀ। ਅਤੇ ਉਹਨਾਂ ਨੂੰ ਆਪਣੇ ਆਪ ਦੀ ਹਰ ਮੂਲ ਦੀ ਪਹਿਚਾਣ ਹੋ ਗਈ ਹੈ ਜੀ। ਅਤੇ ਫਿਰ
ਉਹਨਾਂ ਉੱਤੇ ਪਰਮੇਸ਼ਰ ਨੇ ਆਪਣੀ ਮਿਹਰ ਕਿਰਪਾ ਕੀਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਫਿਰ ਉਹ ਪਰਮੇਸ਼ਰ ਹਰੀ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਗੁਣ ਗਾਨ ਕਰਦੇ ਹਨ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਹ ਸ਼ਬਦ ਮਨ ਪ੍ਰਤੀ ਸੰਬੋਧਿਤ ਹੈ ਜੀ, ਪਰ ਰਹਾਓ ਤੋਂ ਮਗਰੋਂ ਜੋ ਵਿਆਖਿਆ ਹੈ ਜੀ, ਜੋ ਪੰਕਤੀਆਂ ਹਨ ਜੀ, ਉਹ ਹਰ ਇੱਕ ਜਗਿਆਸੂ ਨੂੰ, ਭਾਵ ਸਾਡੀ ਜ਼ਿੰਦਗੀ ਨੂੰ, ਜੀਵਨ ਨੂੰ ਜਗਾਉਣ ਵਾਲੀਆਂ, ਝੰਜੋੜਨ ਵਾਲੀਆਂ ਹਨ ਜੀ। ਫਿਰ ਗੁਰੂ ਜੀ ਦੱਸਦੇ ਹਨ ਕਿ ਸਾਡਾ ਸਰੀਰ ਤੇ ਹੋਰ ਸਾਰੀ ਸਮੱਗਰੀ, ਸਾਰੇ ਧਨ ਦੌਲਤ ਪਰਮੇਸ਼ਰ ਦੇ ਹੀ ਦਿੱਤੇ ਹੋਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਇਹ ਜੀਵ ਮਨੁੱਖ ਅਸੀਂ ਇਹ ਸਮਝਦੇ ਹਾਂ ਜੀ ਕਿ ਅਸੀਂ ਆਪਣੀ ਪੜ੍ਹਾਈ, ਸਿਆਣਪ ਤੇ ਮਿਹਨਤ ਨਾਲ ਇਹ ਸਾਰਾ ਧਨ ਪਦਾਰਥ ਸੰਪਦਾ ਇਕੱਠੀ ਕੀਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਬਸ ਇਹ ਹੀ ਇੱਕ ਮਨੁੱਖ ਦੀ ਸਭ ਤੋਂ ਵੱਡੀ ਭੁੱਲ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਇਸ ਤਰ੍ਹਾਂ ਦਾ ਮੋਹ ਮਾਇਆ ਦਾ ਹੰਕਾਰ ਹੈ, ਜਿਸ ਤਰ੍ਹਾਂ ਇੱਕ ਉੜਨ ਵਾਲੀ ਚਿੜੀ ਇਹ ਸਮਝਦੀ ਹੈ ਜੀ ਕਿ ਸਾਰਾ ਅਸਮਾਨ ਉਸਨੇ ਆਪਣੇ ਸਿਰ 'ਤੇ ਚੁੱਕਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਦੀ ਕਿਰਪਾ ਨਾਲ, ਮਿਹਰ ਨਾਲ ਜੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਤਿਗੁਰ ਦਾ ਮੇਲ ਹੋ ਜਾਵੇ ਜੀ, ਫਿਰ ਗੁਰੂ ਜੀ ਕਹਿੰਦੇ ਹਨ ਤਾਂ ਪਰਮੇਸ਼ਰ ਸਤਿਗੁਰ ਤੋਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਦਾਤ ਪ੍ਰਾਪਤ ਹੋ ਜਾਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਤਾਂ ਜੀਵਨ ਮੁਕਤੀ ਦਾ ਰਸਤਾ ਖੁੱਲ੍ਹਦਾ ਹੈ ਜੀ। ਸੋ ਸਿਧਾਂਤ ਇਹ ਹੈ ਜੀ ਕਿ ਸਾਰੇ ਸੁੱਖ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਸ਼ਰਨ ਵਿੱਚ ਪਿਆ ਹੀ ਪ੍ਰਾਪਤ ਹੁੰਦੇ ਹਨ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਦੱਸਦੇ ਹਨ, ਜਿਉਂ ਹੋਏ ਕਿਰਪਾਲਤਾ ਸਤਿਗੁਰ ਮੇਲੇ, ਸਭ ਸੁਖ ਹਰ ਕੇ ਨਾਏ, ਮੁਕਤ ਭਇਆ ਬੰਧਨ ਗੁਰ ਖੋਲੇ, ਜਾਂ ਨਾਨਕ ਹਰ ਗੁਣ ਗਾਏ। ਮੁਕਤ ਪਿਆ ਬੰਧਨ ਗੁਰ ਖੋਲੇ, ਜਾਂ ਨਾਨਕ ਹਰ ਗੁਣ ਗਾਏ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੀਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।